ਜਥੇਦਾਰ ਦੀ ਭਾਲ ਜਿਹੜੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਜੇ ਕਾਬਲ ਨਹੀਂ ਫਿਰ ਕਿਉਂ ਕਿਸੇ ਬੰਦੇ ਤੋਂ ਇਸ ਤਰ੍ਹਾਂ ਦਾ ਕੰਮ ਕਰਵਾਇਆ ਜਾ ਰਿਹਾ? ਭਾਲ ਕਰਨੀ, ਹੋਰ ਭਾਲ ਕਿਸ ਤਰ੍ਹਾਂ ਦੀ ਕਰਨੀ ਹੈ? ਕੀ ਇਹ ਕਸੌਟੀ ਤੇ ਖਰਾ ਨਹੀਂ ਉਤਰੇ? ਕੀ ਲੱਗਦਾ ਕਿ ਉਹਨਾਂ ਨੂੰ ਚੰਗੇ ਨਹੀਂ ਲੱਗ ਰਹੇ ਹੁਣ ਕਾਰਜਕਾਰੀ ਜਥੇਦਾਰ ਵੀ ਉਹਦੀ ਥਾਂ ਤੇ ਉਹ ਨਵਾਂ ਜਥੇਦਾਰ ਲਾ ਦਈਏ ਕੋਈ? ਇਹ ਕਿਹਾ ਜਾਵੇ ਕਿ ਉਹ ਯੋਗ ਨਹੀਂ ਹੈਗੇ ਤੇ ਉਹਨਾਂ ਤੋਂ ਫੈਸਲੇ ਨਹੀਂ ਲਏ ਜਾ ਰਹੇ। ਉਹ ਕੁੰਡੀ ਕਿਸੇ ਹੋਰ ਦੇ ਹੱਥ ਹੈ ਤੇ ਫਿਰ ਕਿੱਦਾਂ ਆਸ ਕੀਤੀ ਜਾਏਗੀ ਕਿ ਜਥੇਦਾਰ ਕਿੱਦਾਂ ਦਾ ਹੋਵੇ? ਜਦੋਂ ਤੱਕ ਉਹ ਇੱਕ ਏਜੰਡੇ ਤੇ ਇੱਕ ਝੰਡੇ ਥੱਲੇ ਨਹੀਂ ਆਉਂਦੀਆਂ ਉਦੋਂ ਤੱਕ ਤਾਂ ਆਪਣਾ ਆਪਣਾ ਹੋਏਗਾ ਨਾ ਸਾਰਾ ਹੀ ਕੁਝ। ਅੱਜ ਦੇ ਦੌਰ ਦੇ ਵਿੱਚ ਜਥੇਦਾਰ ਬਣਾਉਣਾ ਚਾਹੁੰਦੀ ਹੈ, ਥਾਪਣਾ ਚਾਹੁੰਦੀ ਹੈ, ਇੱਕ ਤਾਂ ਇਹ ਹੈ ਕਿ ਉਹਨੂੰ ਜਥੇਦਾਰ ਮਿਲ ਨਹੀਂ ਰਿਹਾ ਕੋਈ। ਲਾਪਤਾ ਸਰੂਪਾਂ ਨੂੰ ਲੈ ਕੇ ਉਹ ਵੀ ਕਹਿੰਦੇ ਕਿਤੇ ਨਾ ਕਿਤੇ ਪਿੱਛੋਂ ਆਇਆ ਫੈਸਲਾ। ਹਾਂ, ਰਾਧਾ ਸੁਆਮੀ ਨੇ ਜਾਂ ਨਿਰੰਕਾਰੀ ਨੇ, ਨਾਮਧਾਰੀ ਨੇ ਜਾਂ ਕਿੱਦਾਂ ਦੇ ਇੱਦਾਂ ਦੇ ਬਹੁਤ ਸਾਰੇ ਜਿਹੜਾ ਸਿੱਖਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਦਾ ਇਹੀ ਰਹੇਗਾ ਕਿ ਅਸੀਂ ਹੁਣ ਸ਼੍ਰੋਮਣੀ ਕਮੇਟੀ ਤੋਂ ਵੀ ਇਹਨਾਂ ਦਾ ਮਤਲਬ ਖਹਿੜਾ ਛਡਾ ਲਈਏ ਇਹਨਾਂ ਤੋਂ। ਇਹ ਜਿਹੜੇ ਹੁਣ ਜਥੇਦਾਰ ਥਾਪੇ ਗਏ ਸੀਗੇ, ਹੁਣ ਦੇ ਸੀਗੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਸੀਗੇ, ਇਹਨਾਂ ਦੇ ਫੈਸਲਿਆਂ ਦਾ ਕੀ ਬਣੂਗਾ? ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸਿੱਖ ਸਭਾ ਦੇ ਵਿੱਚ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਹੋਵੇਗਾ। ਨਾਲੋਂ ਨਾਲ ਚਰਚਾ ਇਹ ਵੀ ਹੈ ਕਿ ਜਥੇਦਾਰ ਨੂੰ ਨਿਯੁਕਤ ਕੌਣ ਕਰੇਗਾ। ਕਿ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਦੇ ਕਾਬਲ ਨਹੀਂ ਹੋਏ ਜਾਂ ਉਹਨਾਂ ਨੂੰ ਜਥੇਦਾਰ ਨਹੀਂ ਬਣਾਇਆ ਜਾ ਸਕਦਾ। ਇਸ ਸਭ ਦੇ ਉੱਤੇ ਅਸੀਂ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਸਿੰਘ ਜੀ, ਕਿੱਦਾਂ ਦੇਖਦੇ ਹੋ ਜਥੇਦਾਰ ਦੀ ਭਾਲ ਜਿਹੜੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੇ? ਬਿਲਕੁਲ ਸੁਖਵਿੰਦਰ, ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਕਈ ਮਹੀਨੇ ਬੀਤ ਚੁੱਕੇ ਆ, ਹਾਲੇ ਤੱਕ ਕਾਰਜਕਾਰੀ ਜਥੇਦਾਰੀ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ। ਉਹਨਾਂ ਕੋਲ ਦੋ ਚਾਰਜ ਨੇ, ਇੱਕ ਤਾਂ ਦਮਦਮਾ ਸਾਹਿਬ ਦਾ ਅਤੇ ਦੂਜਾ ਹੈਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ। ਤੁਸੀਂ ਇਹਦੇ ਵਿੱਚ ਇਹ ਸੋਚ ਸਕਦੇ ਹੋ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪਹਿਲਾਂ ਤਾਂ ਜਿਹੜੀ ਜਥੇਦਾਰੀ ਹੈਗੀ ਹੈ ਜਾਂ ਜਥੇਦਾਰ ਥਾਪਣਾ ਹੈ ਜਾਂ ਜ਼ਿੰਮੇਵਾਰੀ ਕਿਹਦੀ ਆ, ਉਹ ਕਿਵੇਂ ਜਥੇਦਾਰ ਥਾਪਿਆ ਜਾਂਦਾ ਹੈ, ਕੀ ਪ੍ਰੋਸੈਸ ਸੀ ਜਾਂ ਹੋਣਾ ਚਾਹੀਦਾ। ਹੁਣ ਇਹੀ ਨਹੀਂ ਪਤਾ ਲੱਗ ਰਿਹਾ। ਪਹਿਲਾਂ ਤਾਂ ਜਿੱਦਾਂ ਹੁਣ ਅਖਬਾਰਾਂ 'ਚ ਖਬਰਾਂ ਆ ਰਹੀਆਂ ਨੇ ਕਿ ਜਥੇਦਾਰ ਦੀ ਭਾਲ ਜਾਰੀ ਹੈ। ਜਥੇਦਾਰ ਭਾਲ ਕੌਣ ਰਿਹਾ? ਕਿ ਜਿਹੜੇ ਆਕਾ ਨੇ ਜਿਨ੍ਹਾਂ ਦਾ ਨਾਮ ਆਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਜਿਹੜਾ ਜਥੇਦਾਰ ਹੈ ਉਹ ਬਾਦਲ ਪਰਿਵਾਰ ਦੇ ਲਿਫਾਫੇ 'ਚੋਂ ਨਿਕਲਦੇ ਨੇ, ਉਹਨਾਂ ਨੂੰ ਨਹੀਂ ਜਥੇਦਾਰ ਮਿਲ ਰਿਹਾ, ਜਾਂ ਕੋਈ ਹੋਰ ਪ੍ਰੋਸੈਸ ਸ਼ੁਰੂ ਕੀਤਾ ਹੋਇਆ, ਜਾਂ ਇਹਨਾਂ ਨੂੰ ਜਥੇਦਾਰ ਦੇ ਜਿਹੜਾ ਕਾਰਜਕਾਰੀ ਭਾਰ ਹੈ ਜਿਹੜਾ ਉਹ ਕਿਹਨੇ ਸੌਂਪਿਆ ਸੀ? ਇਹ ਸਾਰੇ ਜਿਹੜੇ ਸਵਾਲ ਨੇ ਸੁਖਵਿੰਦਰ ਇੱਕ ਜਾਣਨਾ ਚਾਹੁੰਦਾ ਹੈ ਸਿੱਖ ਪੰਥ, ਸਿੱਖ ਭਾਈਚਾਰਾ ਦੁਨੀਆ ਭਰ 'ਚ ਜਿੱਥੇ ਵੱਸ ਰਿਹਾ। ਹੁਣ ਨਵੀਂ ਗੱਲ ਤਾਂ ਇਹੀ ਆ ਰਹੀ ਹੈ ਕਿ ਇੰਨਾ ਸਮਾਂ ਹੋ ਗਿਆ, ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਹੈਗੇ ਨੇ ਉਹ ਕਾਰਜਕਾਰੀ ਜਥੇਦਾਰੀ ਦੇ ਰੂਪ 'ਚ ਆਈ ਜਾ ਰਹੀ ਹੈ। ਉਹਨਾਂ ਦੀ ਜਥੇਦਾਰੀ ਜਿਹੜੀ ਹੈਗੀ, ਜਾਂ ਤਾਂ ਉਹ ਪੱਕੇ ਤੌਰ 'ਤੇ ਉਹਨਾਂ ਨੂੰ ਜਥੇਦਾਰ ਥਾਪ ਦਿਆ ਜਾਵੇ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਾਂ ਤਾਂ ਉਹਨਾਂ ਨੂੰ ਪੱਕੇ ਤੌਰ 'ਤੇ ਜਥੇਦਾਰ ਥਾਪ ਦਿਆ ਜਾਵੇ ਅਤੇ ਜਾਂ ਫਿਰ ਇਹ ਸਪਸ਼ਟ ਕਰਿਆ ਜਾਵੇ ਕਿ ਇਹ ਬੰਦਾ ਫਿਲਹਾਲ ਕਿਸੇ ਜਾਂ ਕਹਿ ਲਓ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੇ ਕਾਬਲ ਨਹੀਂ ਹੈ। ਅਤੇ ਜੇ ਕਾਬਲ ਨਹੀਂ ਫਿਰ ਕਿਉਂ ਕਿਸੇ ਬੰਦੇ ਤੋਂ ਇਸ ਤਰ੍ਹਾਂ ਦਾ ਕੰਮ ਕਰਵਾਇਆ ਜਾ ਰਿਹਾ? ਭਾਲ ਕਰਨੀ, ਹੋਰ ਭਾਲ ਕਿਸ ਤਰ੍ਹਾਂ ਦੀ ਕਰਨੀ ਹੈ? ਕੀ ਇਹ ਕਸੌਟੀ ਤੇ ਖਰਾ ਨਹੀਂ ਉਤਰੇ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ? ਕੀ ਕਿਹਨਾਂ ਦੀ ਕਸਵੱਟੀ ਤੇ ਖਰਾ ਨਹੀਂ ਉਤਰੇ? ਕੀ ਪੰਥਕ ਮਸਲੇ ਇਹਨਾਂ ਤੋਂ ਹੱਲ ਨਹੀਂ ਹੋ ਰਹੇ? ਕੀ ਉਹੀ ਹਾਲ ਹੋ ਰਿਹਾ ਜਿਹੜਾ ਪਹਿਲਾਂ ਗਿਆਨੀ ਗੁਰਬਚਨ ਸਿੰਘ ਵੇਲੇ ਜਾਂ ਵੇਦਾਂਤੀ ਵੇਲੇ ਜਾਂ ਜਿੱਦਾਂ ਵੀ ਹੁੰਦਾ ਰਿਹਾ ਉਹੀ ਹਾਲ ਹੈ ਹੁਣ ਵੀ? ਜਾਂ ਫਿਰ ਇਹ ਵੀ ਹੋ ਸਕਦਾ ਕਿ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਸਟੇਜਾਂ 'ਤੇ ਬੋਲਦੇ ਨੇ ਸਰਕਾਰ ਦੇ ਖਿਲਾਫ, ਸਿਸਟਮ ਦੇ ਖਿਲਾਫ, ਈਵਨ ਤੱਕ ਕਿ ਉਹ ਪੰਥਕ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਖਿਲਾਫ ਵੀ ਬੋਲਦੇ ਨੇ ਕਿ ਜਿਹੜੇ ਨਹੀਂ ਸਹੀ ਫੈਸਲੇ ਲੈਂਦੇ। ਕੀ ਲੱਗਦਾ ਕਿ ਉਹਨਾਂ ਨੂੰ ਚੰਗੇ ਨਹੀਂ ਲੱਗ ਰਹੇ ਹੁਣ ਕਾਰਜਕਾਰੀ ਜਥੇਦਾਰ ਵੀ ਉਹਦੀ ਥਾਂ ਤੇ ਉਹ ਨਵਾਂ ਜਥੇਦਾਰ ਲਾ ਦਈਏ ਕੋਈ? ਦੇਖੋ, ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਇਹਦੇ ਵਿੱਚ ਆਪਾਂ ਇੱਕ ਚੀਜ਼ ਨੂੰ ਲੈ ਕੇ ਨਹੀਂ ਚੱਲ ਸਕਦੇ। ਜਾਂ ਤਾਂ ਇਹ ਕਿਹਾ ਜਾਵੇ ਕਿ ਉਹ ਯੋਗ ਨਹੀਂ ਹੈਗੇ ਅਤੇ ਉਹਨਾਂ ਤੋਂ ਫੈਸਲੇ ਨਹੀਂ ਲਏ ਜਾ ਰਹੇ, ਜਾਂ ਫਿਰ ਇਹ ਵੀ ਹੈ ਕਿ ਜਿਹੜੇ ਫੈਸਲੇ ਲੈਣੇ ਚਾਹੀਦੇ ਨੇ, ਜਿਹੜੇ ਕਹਿ ਸਕਦੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਥਾਪਿਆ ਉਹਨਾਂ ਦੇ ਅਕੋਰਡਿੰਗ ਜਿਹੜੇ ਫੈਸਲੇ ਉਹ ਨਹੀਂ ਲੈ ਰਹੇ ਤਾਂ ਉਹਨਾਂ ਨੂੰ ਭਾ ਨਹੀਂ ਰਹੇ ਉਹ। ਤੇ ਜਦੋਂ ਗੱਲ ਉਹੀ ਹੁੰਦੀ ਨਾ, ਜਦੋਂ ਕਮੀਆਂ ਸ਼੍ਰੋਮਣੀ ਕਮੇਟੀ 'ਚ ਨਿਕਲਦੀਆਂ ਨੇ ਵੱਡੇ ਪੱਧਰ ਦੇ ਉੱਤੇ, ਤਾਂ ਫਿਰ ਜਥੇਦਾਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਨਿਯੁਕਤੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਾਂ ਉਹੋ ਜਿਹੀਆਂ ਧਿਰਾਂ ਜਿਹੜੀਆਂ ਸਿਆਸੀ ਧਿਰਾਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਪਿੱਛੋਂ ਜਿਹੜੀ ਆ ਉਹ ਕੁੰਡੀ ਕਿਸੇ ਹੋਰ ਦੇ ਹੱਥ ਹੈ, ਤੇ ਫਿਰ ਕਿੱਦਾਂ ਆਸ ਕੀਤੀ ਜਾਏਗੀ ਕਿ ਜਥੇਦਾਰ ਕਿੱਦਾਂ ਦਾ ਹੋਵੇ? ਨਹੀਂ, ਜਥੇਦਾਰ ਕਿੱਦਾਂ ਦਾ ਹੋਵੇ ਇਹ ਤਾਂ ਦੇਖੋ ਪੰਥਕ
ਇਕੱਠ ਹੈ ਜਿਹੜਾ ਉਹੀ ਦੱਸ ਸਕਦਾ ਹੈ। ਸਿੱਖ ਭਾਈਚਾਰਾ ਕੋਈ ਏਡਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਸਿੱਖ ਪੰਥ ਹੈ ਆਪਣੇ ਸਿਰਮੌਰ ਸੰਸਥਾ ਦੇ ਲਈ ਉਹ ਆਗੂ ਚੁਣਨ ਦੇ ਲਾਇਕ ਨਹੀਂ ਜਾਂ ਯੋਗ ਨਹੀਂ ਹੈ। ਪਰ ਪੰਥਕ ਇਕੱਠ ਸੱਦੇਗਾ ਕੌਣ, ਸਵਾਲ ਇਹ ਵੀ ਹੁੰਦਾ ਨਾ। ਪੰਥਕ ਇਕੱਠ ਤਾਂ ਦੇਖੋ ਜਿਹੜੀਆਂ ਸਮੁੱਚੀਆਂ ਧਿਰਾਂ ਨੇ, ਸਿੱਖ ਜਥੇਬੰਦੀਆਂ ਨੇ, ਜਦੋਂ ਤੱਕ ਉਹ ਇੱਕ ਏਜੰਡੇ ਤੇ ਇੱਕ ਝੰਡੇ ਥੱਲੇ ਨਹੀਂ ਆਉਂਦੀਆਂ ਉਦੋਂ ਤੱਕ ਤਾਂ ਆਪਣਾ ਆਪਣਾ ਹੋਏਗਾ ਨਾ ਸਾਰਾ ਹੀ ਕੁਝ। ਜੇ ਤੁਸੀਂ ਆਪਾਂ ਕਹਿ ਦਿੰਦੇ ਆ, ਤੁਹਾਡਾ ਗੱਲ ਬਿਲਕੁਲ ਵਾਜਬ ਹੈ ਤੁਹਾਡੀ ਗੱਲ ਇਹ, ਕਿ ਆਪਾਂ ਦੂਜੇ ਨੂੰ ਦੋਸ਼ ਤਾਂ ਦੇ ਦਿੰਦੇ, ਚਾਹੇ ਉਹ ਬਾਦਲ ਪਰਿਵਾਰ ਆ ਚਾਹੇ ਕੋਈ ਆ, ਤੇ ਉਹਨੂੰ ਦੋਸ਼ ਤਾਂ ਤੁਸੀਂ ਦੇ ਦਿੰਦੇ ਹੋ। ਤੁਸੀਂ ਆਪ ਕਦੇ ਝੰਡੇ ਥੱਲੇ ਇਕੱਠੇ ਹੋਏ ਹੋ? ਜਿਹੜੀਆਂ ਜਥੇਬੰਦੀਆਂ ਆ ਕੇ ਉਂਗਲ ਉਠਾਉਂਦੀਆਂ ਨੇ ਉਹਨਾਂ ਦੇ ਵੀ ਸਵਾਲ ਉੱਠਦਾ ਨਾ ਕਿ ਉਹ ਇੱਕ ਝੰਡੇ ਥੱਲੇ ਜਾਂ ਇੱਕ ਏਜੰਡਾ ਲੈ ਕੇ ਆਪ ਤੁਰੇ ਨੇ। ਉੱਥੇ ਵੀ ਚੌਧਰਾਂ ਦੀ ਲੜਾਈ ਤਾਂ ਹੈਗੀ ਹੈ ਨਾ। ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜੇ ਕਿਸੇ ਹੋਰ ਧਿਰ ਨੂੰ ਆਪਾਂ ਇੱਦਾਂ ਦੀ ਜ਼ਿੰਮੇਵਾਰੀ ਸੌਂਪ ਦਈਏ ਕਿ ਉਹ ਆਹ ਚੀਜ਼ ਕਰ ਦੇਣ, ਤਾਂ ਉਹ ਵੀ ਐਂ ਨਹੀਂ ਕਹਿ ਸਕਦੇ ਕਿ ਉਹ ਕਿਸੇ ਇੱਕ ਬੰਦੇ 'ਤੇ ਸਹਿਮਤੀ ਬਣੂਗੀ। ਅੱਜ ਦੇ ਹਾਲਾਤ ਜੋ ਹੈਗੇ ਨੇ ਉਹ ਇਹ ਨੇ। ਅਤੇ ਆਪਾਂ ਇਹ ਗੱਲ ਕਰ ਰਹੇ ਸੀ ਕਿ ਜਥੇਬੰਦੀ ਜਿਹੜੀ ਹੈਗੀ ਹੈ ਜਾਂ ਕਿਸ ਨੂੰ ਸੰਸਥਾ ਨੂੰ ਸੌਂਪਿਆ ਜਾਣਾ ਚਾਹੀਦਾ, ਇਹ ਤਾਂ ਇੱਕ ਇੱਦਾਂ ਹੈ ਕਿ ਸਮੂਹਿਕ ਇਕੱਠ ਜਿਹੜਾ ਹੈਗਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਜਾਵੇ, ਕੋਈ ਵੀ ਸੱਦ ਸਕਦਾ। ਉਹਦੇ ਵਿੱਚ ਕੁਛ ਕੁ ਨਾਵਾਂ ਦੀ ਜਿਹੜੀ ਚਰਚਾ ਹੋਣੀ ਚਾਹੀਦੀ ਆ। ਜੇ ਉਹਦੇ ਵਿੱਚੋਂ ਉਹ ਚੁਣਨਾ ਚਾਹੀਦਾ ਜਿਹਦੇ ਵਿੱਚ ਘੱਟ, ਜਿਹਦੀਆਂ ਨਲਾਇਕੀਆਂ ਹੋਣ, ਜਿਹਦੀਆਂ ਗਲਤੀਆਂ ਘੱਟ ਹੋਣ, ਜਿਹਨੂੰ ਪੰਥ ਪ੍ਰਵਾਨਿਤ ਚੇਹਰਾ ਸਮਝਿਆ ਜਾਂਦਾ ਹੋਵੇ। ਘੱਟ ਗਲਤੀਆਂ ਕਿ ਕੋਈ ਵੀ ਗਲਤੀ ਨਾ ਹੋਵੇ। ਦੇਖੋ ਇੱਦਾਂ ਦਾ ਬੰਦਾ ਤਾਂ ਕੋਈ ਹੋਣਾ ਵੀ ਨਹੀਂ ਸ਼ਾਇਦ, ਮੇਰੇ ਖਿਆਲ ਨਾਲ। ਜੇ ਆਪਾਂ ਸੋਚਿਆ ਕਿ ਇਨਸਾਨ ਹੈ, ਗਲਤੀ ਕਿਤੇ ਨਾ ਕਿਤੇ ਹੋ ਜਾਂਦੀ ਹੈ, ਉਹ ਵੱਖਰੀ ਗੱਲ ਹੈ। ਇੱਕ ਛੋਟੀ ਮੋਟੀ ਕੋਈ ਗਲਤੀ ਹੋ ਜਾਂਦੀ ਹੈ, ਜਿਹਨੂੰ ਪੰਥਕ ਰੂਪ ਦੇ ਵਿੱਚ ਜਦੋਂ ਇਕੱਠ ਹੁੰਦਾ ਸਿੱਖ ਪੰਥ ਦਾ ਕਹਿ ਲਓ, ਤਾਂ ਉਹਦੇ ਵਿੱਚ ਉਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਹੈ, ਅਣਗੌਲਿਆ ਕਰਕੇ ਉਹਨੂੰ ਅੱਗੇ ਵਧਣ ਦਾ ਮੌਕਾ ਵੀ ਦਿੱਤਾ ਜਾ ਸਕਦਾ ਹੈ, ਗਲਤੀ ਸੁਧਾਰਨ ਦਾ ਮੌਕਾ ਵੀ ਦਿੱਤਾ ਜਾ ਸਕਦਾ ਹੈ, ਮਾਫ ਵੀ ਕੀਤਾ ਜਾ ਸਕਦਾ, ਲੇਕਿਨ ਉਹ ਪੰਥਕ ਇਕੱਠ ਹੋਣਾ ਚਾਹੀਦਾ। ਅਤੇ ਦੂਜੀ ਗੱਲ ਇਹ ਆ ਕਿ ਉਹ ਬੰਦਾ ਪੰਥ ਦੇ ਵਿੱਚ, ਪੂਰੇ ਸਿੱਖ ਭਾਈਚਾਰੇ ਦੇ ਵਿੱਚ ਉਹ ਪ੍ਰਵਾਨਿਤ ਚਿਹਰਾ ਹੋਣਾ ਚਾਹੀਦਾ। ਹੁਣ ਸਵਾਲ ਇਹ ਵੀ ਨਾਲ ਉੱਠ ਰਿਹਾ ਹੈ ਕਿ ਜਿੱਥੇ ਕਿਤੇ ਕੋਈ ਵੀ ਸੰਸਥਾ ਜਾਂ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਕਮੇਟੀ ਕੋਈ ਵੀ ਜਿਹੜੀ ਅੱਜ ਦੇ ਦੌਰ ਦੇ ਵਿੱਚ ਜਥੇਦਾਰ ਬਣਾਉਣਾ ਚਾਹੁੰਦੀ ਹੈ, ਥਾਪਣਾ ਚਾਹੁੰਦੀ ਹੈ, ਇੱਕ ਤਾਂ ਇਹ ਹੈ ਕਿ ਉਹਨੂੰ ਜਥੇਦਾਰ ਮਿਲ ਨਹੀਂ ਰਿਹਾ ਕੋਈ। ਦੂਜੀ ਨਾਲ ਇਹ ਵੀ ਗੱਲ ਹੈ ਸੁਖਵਿੰਦਰ ਜੀ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਇਸ ਸੇਵਾਵਾਂ ਦੇ ਲਈ ਅੱਗੇ ਵੀ ਨਹੀਂ ਲੈ ਕੇ ਆ ਰਿਹਾ। ਕੋਈ ਵੀ ਸ਼ਖਸੀਅਤ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਹੀ ਕਿ ਮੈਨੂੰ ਜ਼ਿੰਮੇਵਾਰੀ ਸੌਂਪੀ ਜਾਵੇ। ਸਾਰਿਆਂ ਨੂੰ ਇਸੇ ਗੱਲ ਦਾ ਡਰ ਹੈ ਨਾ ਵੀ ਗਿਆਨੀ ਗੁਰਬਚਨ ਸਿੰਘ ਨੇ ਜਿਹੜੀ ਬਦਨਾਮੀ ਖੱਟ ਲਈ ਇਹਨਾਂ ਦੇ ਮਗਰ ਲੱਗ ਕੇ, ਜਾਂ ਇੱਦਾਂ ਕਹਿ ਲਓ ਕਿ ਇਹਨਾਂ ਦੇ ਜ਼ਰੀਏ ਤੇ ਜਾਂ ਹੋਰਾਂ ਨੇ, ਜਿਵੇਂ ਕਾਰਜਕਾਰੀ ਜਥੇਦਾਰ ਸਾਹਿਬ ਤੋਂ ਵੀ ਹੁਣ ਸਵਾਲ ਉੱਠਦੇ ਨੇ ਕਿ ਜਿਹੜਾ ਇਹਨਾਂ ਨੇ ਹੁਣ ਫੈਸਲਾ ਲਿਆ ਲਾਪਤਾ ਸਰੂਪਾਂ ਨੂੰ ਲੈ ਕੇ, ਉਹ ਵੀ ਕਹਿੰਦੇ ਕਿਤੇ ਨਾ ਕਿਤੇ ਪਿੱਛੋਂ ਆਇਆ ਫੈਸਲਾ। ਦੇਖੋ ਜੋ ਕਾਰਵਾਈਆਂ ਹੋਈਆਂ ਨੇ, ਜੋ ਮਸਲੇ ਉੱਠੇ ਨੇ, ਉਹਨਾਂ 'ਤੇ ਫੈਸਲੇ ਲਏ ਗਏ, ਜਾਂ ਉਹਨਾਂ ਦੇ ਉੱਤੇ ਆਪਾਂ ਕਹਿ ਲਓ ਕਿ ਹਰ ਇੱਕ ਨੂੰ ਪੰਥ 'ਚੋਂ ਛੇਕ ਦੇਣਾ ਬਿਨਾਂ ਗੱਲ, ਬਿਨਾਂ ਵਿਚਾਰ ਦੇ, ਆਪਣਾ ਇੱਕ ਕਹਿ ਸਕਦੇ ਹਾਂ ਕਿ ਕਿਸੇ ਵੀ ਬੰਦੇ ਦੇ ਉੱਤੇ ਕੋਈ ਵੀ ਇਲਜ਼ਾਮ ਲਾ ਕੇ ਉਹਨੂੰ ਕੱਢ ਦੇਣਾ, ਜਾਂ ਜੋ ਬਾਦਲ ਪਰਿਵਾਰ ਜਾਂ ਹੋਰ ਜਿਹੜਾ ਵੀ ਬੰਦਾ, ਆਪਾਂ ਚਾਹੇ RSS ਦਾ ਨਾਮ ਆਉਂਦਾ, ਕਿਸੇ ਦਾ ਵੀ ਨਾਮ ਆ ਰਿਹਾ, ਉਹਨਾਂ ਦੇ ਅਕੋਰਡਿੰਗ ਜਿਹੜਾ ਚੱਲ ਰਿਹਾ, ਉਹਨਾਂ ਕਰਕੇ ਸਭ ਨੂੰ ਪਤਾ ਲੱਗ ਗਿਆ ਇਹ, ਚਾਹੇ ਉਹ ਕੋਈ ਕਥਾਵਾਚਕ ਹੈ, ਚਾਹੇ ਰਾਗੀ ਹੈ, ਚਾਹੇ ਢਾਡੀ ਹੈ, ਚਾਹੇ ਕੋਈ ਕਹਿ ਲਓ ਕਿ ਸਿੱਖ ਸਕੋਲਰ ਹੈ ਜਿਹਦਾ ਨਾਮ ਕਿਤੇ ਆਪਾਂ ਸੁਜੈਸਟ ਕਰ ਸਕਦੇ ਹਾਂ ਕਿ ਇਸ ਨੂੰ ਜਥੇਦਾਰ ਥਾਪਿਆ ਜਾਵੇ, ਤਾਂ ਉਹਨਾਂ ਨੂੰ ਸਭ ਨੂੰ ਪਤਾ ਚੱਲ ਗਿਆ ਕਿ ਇੱਥੋਂ ਆਹ ਚੀਜ਼ ਐਂ ਹੋਣੀ ਆ। ਅਤੇ ਉਹ ਇਸ ਕਰਕੇ ਅੱਗੇ ਨਹੀਂ ਆ ਰਹੇ ਹੈਗੇ। ਇਹ ਜਿਹੜੇ ਤੁਸੀਂ ਮਸਲੇ ਗੱਲ ਕੀਤੀ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਗਾਇਬ ਹੋਏ ਨੇ, ਉਹ ਵੱਡਾ ਮਸਲਾ ਹੋ ਕੇ ਅੱਗੇ ਆ ਗਿਆ। ਅਤੇ ਅੱਗੇ ਵੀ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਕੋਈ ਗੱਲ, ਕੋਈ ਵਿਚਾਰਧਾਰਾ ਪੇਸ਼ ਕਰਦਾ ਆਪਣੀ ਸਿੱਖ ਧਰਮ ਦੇ ਬਾਰੇ, ਇੱਕ ਤਾਂ ਇਹ ਮਸਲੇ ਨੇ ਜਿਹੜੇ ਸਮੁੱਚੇ ਸਿੱਖ ਪੰਥ ਦੇ ਨੇ, ਇੱਕ ਜਥੇਬੰਦੀਆਂ ਅਲੱਗ-ਅਲੱਗ ਹੋ ਗਈਆਂ, ਉਹਨਾਂ ਦੇ ਮਸਲੇ ਨੇ। ਕੁਛ ਅਜਿਹੀਆਂ ਜਥੇਬੰਦੀਆਂ ਵੀ ਬਣ ਗਈਆਂ ਜਿਹੜੀਆਂ ਸਿੱਖੀ ਦੇ ਨਾਮ 'ਤੇ ਸਿੱਖੀ ਦੇ ਵਿਰੁੱਧ ਪ੍ਰਚਾਰ ਕਰਦੀਆਂ ਨੇ, ਚਾਹੇ ਉਹ ਦੂਜੀਆਂ ਜਿਹੜੀਆਂ ਰਾਧਾ ਸੁਆਮੀ ਨੇ ਜਾਂ ਨਿਰੰਕਾਰੀ ਨੇ, ਨਾਮਧਾਰੀ ਨੇ, ਜਾਂ ਕਿੱਦਾਂ ਦੇ ਇੱਦਾਂ ਦੇ ਬਹੁਤ ਸਾਰੇ ਗੁਰੂ ਡੰਮ ਕਹਿ ਸਕਦੇ ਆਪਾਂ ਜਿਹਨੂੰ, ਜਿਹੜੇ ਚੱਲ ਗਏ ਹੈ, ਉਹਨਾਂ ਦੇ ਅਗੇਂਸਟ ਕੋਈ ਫੈਸਲਾ ਨਹੀਂ ਲਿਆ ਗਿਆ ਜਾ ਸਕਿਆ ਵੀ ਇਹ ਕਿਉਂ ਕਰ ਰਹੇ ਨੇ, ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ। ਪਰ ਉਹ ਵੀ ਤਾਂ ਇਹ ਸਵਾਲ ਕਰਦੇ ਨੇ ਨਾ ਕਿ ਤੁਹਾਡੀ ਆਪਣੀ ਵਿਚਾਰਧਾਰਾ ਨਹੀਂ ਮਿਲਦੀ, ਕੋਈ ਦਸਮ ਗ੍ਰੰਥ ਨੂੰ ਨਕਾਰਦਾ ਹੈ, ਕੋਈ ਉਹਨੂੰ ਮੰਨਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਆ ਕੁਝ ਨਾ ਕੁਝ ਸ਼ਬਦਾਂ ਨੂੰ ਇਹੋ ਜਿਹਾ ਲੈ ਕੇ ਕੋਈ ਨਾ ਕੋਈ ਸ਼ਬਦਾਵਲੀ ਇੱਦਾਂ ਦੀ ਬੋਲ ਦਿੰਦੇ ਨੇ। ਉਹ ਕਹਿੰਦੇ ਤੁਹਾਡੀ ਆਪਣੀ ਵਿਚਾਰਧਾਰਾ ਨਹੀਂ ਰਲਦੀ, ਉੱਥੇ ਫਿਰ ਇਹ ਕਿੱਦਾਂ ਤੁਸੀਂ ਮੰਨਦੇ ਹੋ ਇੱਦਾਂ ਦੇ ਹਾਲਾਤ ਦੇ ਵਿੱਚ ਕੋਈ ਪੰਥਕ ਇਕੱਠ ਸੱਦਿਆ ਜਾ ਸਕਦਾ? ਮੈਂ ਉਹੀ ਗੱਲ ਕਰਦਾ ਕਿ ਜਦੋਂ ਤੱਕ ਇਹ ਏਜੰਡਾ ਔਰ ਇੱਕ ਝੰਡਾ ਨਹੀਂ ਹੁੰਦਾ,
ਇੱਕ ਏਜੰਡੇ ਨੂੰ ਲੈ ਕੇ ਇੱਕ ਝੰਡੇ ਥੱਲੇ ਨਹੀਂ ਆਉਂਦੇ, ਆਪਸੀ ਜਿਹੜੀਆਂ ਚੌਧਰਾਂ ਨੇ ਉਹਨਾਂ ਨੂੰ ਨਹੀਂ ਛੱਡਦੇ ਇਹ, ਉਦੋਂ ਤੱਕ ਤਾਂ ਇਹ ਸੰਭਵ ਹੀ ਨਹੀਂ ਹੋ ਸਕਦਾ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਜ਼ਾਦ ਸੰਸਥਾ ਹੈਗਾ ਤੇ ਇਹਦਾ ਜਥੇਦਾਰ ਵੀ ਆਜ਼ਾਦ ਹੈ ਔਰ ਆਜ਼ਾਦ ਫੈਸਲੇ ਲਏਗਾ? ਨਹੀਂ ਹੋ ਸਕਦਾ। ਉਹ ਫਿਰ ਇੱਕ ਚਾਹੇ ਕੋਈ ਹੋਵੇ, ਚਾਹੇ ਉਹ ਬਾਦਲ ਪਰਿਵਾਰ ਹੋਵੇ, ਚਾਹੇ RSS ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਉਹ ਆਪਣਾ ਜਥੇਦਾਰ ਥਾਪੇਗੀ, ਆਪਣੇ ਫੈਸਲੇ ਲਏਗੀ। RSS ਦੇ ਗਲਬੇ ਤੇ ਤਾਂ ਜੇ ਆਪਾਂ ਹੁਣ ਆਈਏ ਕਿ ਭਾਜਪਾ ਨਾਲੋਂ ਇਹਨਾਂ ਨੇ ਨਾਤਾ ਤੋੜ ਦਿੱਤਾ, ਲੱਗਦਾ ਹੈ ਕਿ RSS ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਵੇਂ ਕਿਹਾ ਜਾਂਦਾ ਹੈ ਕਿ ਅੰਦਰ ਖਾਤੇ ਜਾਂ ਬੜੇ ਵੱਡੇ ਪੱਧਰ ਦੇ ਉੱਤੇ RSS ਦੀ ਸ਼ਮੂਲੀਅਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੱਕ? ਦੇਖੋ, RSS ਦਾ ਗਲਬਾ ਜਿਹੜਾ ਹੈਗਾ ਉਹ RSS ਭਾਜਪਾ ਨਾਲ ਹੋਰ ਤਰੀਕੇ ਨਾਲ ਵਿਚਰ ਰਹੀ ਹੈ ਤੇ ਦੂਜੇ ਜਿਹੜੇ ਦੂਜੇ ਰਾਜਨੀਤਿਕ ਦਲ ਨੇ ਉਹਨਾਂ ਜਾਂ ਦੂਜੇ ਧਰਮ ਨੇ ਉਹਨਾਂ ਦੇ ਵਿੱਚ ਹੋਰ ਵਿਚਾਰਧਾਰਾ ਨਾਲ ਚੱਲ ਰਹੀ ਹੈ। ਮਤਲਬ ਭਾਜਪਾ ਨਾਲੋਂ ਨਾਤਾ ਟੁੱਟਿਆ, RSS ਨਾਲੋਂ ਨਹੀਂ ਟੁੱਟਿਆ? ਨਹੀਂ, ਇਹ ਆਪਾਂ ਕਹਿ ਨਹੀਂ ਸਕਦੇ ਹਲੇ। ਆਪਾਂ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਜਪਾ ਨਾਲੋਂ ਨਾਤਾ ਟੁੱਟਿਆ ਹੈ ਜਾਂ ਨਹੀਂ ਹੈ। ਆਉਣ ਵਾਲੇ ਸਮੇਂ 'ਚ ਹੁਣ ਏਜੰਡਾ ਚੱਲ ਰਿਹਾ ਹੈ, ਇੱਕ ਮਕਸਦ ਲੈ ਕੇ ਤੁਰਿਆ 2022 ਹੈ, ਠੀਕ ਹੈ। ਜਦੋਂ ਅਕਾਲੀ ਦਲ ਪਹਿਲਾਂ ਸਮਰਥਨ ਕਰਦਾ ਸੀ ਨਾ ਬਿੱਲਾਂ ਦਾ, ਤੇ ਅੱਜ ਉਹਦਾ ਵਿਰੋਧ ਕਰਕੇ ਭਾਜਪਾ ਨਾਲੋਂ ਨਾਤਾ ਤੋੜ ਚੁੱਕਿਆ ਹੈ, ਤਾਂ ਆਪਾਂ ਇਹ ਵੀ ਨਹੀਂ ਨਾ ਕਹਿ ਸਕਦੇ ਕਿ ਆਉਣ ਵਾਲੇ ਸਮੇਂ 'ਚ ਦੁਬਾਰਾ ਇਹ ਜੁੜ ਨਹੀਂ ਸਕਦੇ। ਜੇ ਬਿੱਲ ਬਣ ਜਾਂਦੇ ਨੇ, ਇਹ ਤਾਂ ਕਹਿ ਦੇਣਗੇ ਕਿ ਅਸੀਂ ਤਾਂ ਜ਼ੋਰ ਲਾਇਆ ਸੀ ਤਾਂ ਭਾਜਪਾ ਨਾਲੋਂ ਨਾਤਾ ਵੀ ਤੋੜਿਆ ਸੀ, ਕੈਪਟਨ ਅਮਰਿੰਦਰ ਸਿੰਘ ਸੀਗਾ, ਇਹਨੇ ਕੀ ਕਰ ਲਿਆ? ਪਰ ਹੁਣ ਨਜ਼ਰਾਂ ਤਾਂ ਇਹੀ ਰਹਿਣਗੀਆਂ ਨਾ ਕਿ ਜੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਤਾਂ ਹੁਣ ਅਗਲਾ ਜਿਹੜਾ ਸਿੱਖਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਉਹਨਾਂ ਦਾ ਇਹੀ ਰਹੇਗਾ ਕਿ ਅਸੀਂ ਹੁਣ ਸ਼੍ਰੋਮਣੀ ਕਮੇਟੀ ਤੋਂ ਵੀ ਇਹਨਾਂ ਦਾ ਮਤਲਬ ਖਹਿੜਾ ਛਡਾ ਲਈਏ ਇਹਨਾਂ ਤੋਂ। ਨਹੀਂ, ਦੇਖੋ, ਮਕਸਦ ਹੋਣਾ ਜਾਂ ਕੁਛ ਅੱਗੇ ਵਿਚਾਰ ਰੱਖਣਾ ਜਾਂ ਅਸੀਂ ਕੰਮ ਕਰਨਾ ਕੋਈ ਇੱਦਾਂ ਦਾ ਜਿਹਦੇ ਨਾਲ ਸਾਡੇ ਐਂ ਕਹਿ ਲਓ ਕਿ ਸਾਡੇ ਧਾਰਮਿਕ ਸਥਾਨਾਂ ਦੀਆਂ ਸਾਡੀਆਂ ਪੰਥਕ ਜਿਹੜੀਆਂ ਅਦਾਲਤਾਂ ਨੇ ਜਾਂ ਜਿਹਨੂੰ ਕਿਹਾ ਜਾਂਦਾ ਕਿ ਤਖਤ ਨੇ, ਉਹਨਾਂ ਦੀ ਮਰਿਆਦਾ ਨੂੰ ਠੇਸ ਲੱਗੀ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਸੀ, ਉਹਨਾਂ ਦੇ ਉੱਤੇ ਕੰਮ ਕਰਨਾ, ਉਹਨਾਂ ਫੈਸਲਿਆਂ ਨੂੰ ਮੁੜ ਤੁਸੀਂ ਬਰਗਾੜੀ ਕਾਂਡ ਹੋਇਆ ਦੇਖੋ ਪਹਿਲਾਂ, ਰਾਮ ਰਹੀਮ ਦਾ ਕਦੋਂ ਦਾ ਚੱਲਿਆ ਆ ਰਿਹਾ, ਤੇ ਇਹਨਾਂ ਫੈਸਲਿਆਂ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਦੁਬਾਰਾ ਚੱਕ ਕੇ ਕੋਈ ਨਵਾਂ ਜਥੇਦਾਰ ਆਏਗਾ ਤੇ ਉਹ ਸਹੀ ਫੈਸਲੇ ਲੈ ਲਏਗਾ? ਬਿਲਕੁਲ, ਆਸ ਤਾਂ ਉਹੀ ਹੋਏਗੀ ਨਾ ਕਿ ਇਹ ਜਿਹੜਾ ਨਵਾਂ ਜਥੇਦਾਰ ਆਉਂਦਾ, ਲੋਕਾਂ ਨੇ ਇਹੀ ਕਹਿਣਾ ਵੀ ਪਹਿਲਾਂ ਪਿਛਲੇ ਮਾਮਲਿਆਂ ਤੇ ਕਾਰਵਾਈ ਕਰੋ, ਫਿਰ ਅਗਲੀ ਗੱਲ ਕਰਾਂਗੇ। ਉਹੀ ਗੱਲ ਕਰਦੇ, ਉਹ ਕਿਵੇਂ ਕਹਿ ਸਕਦਾ ਹੈ? ਫਿਰ ਇਹ ਜਿਹੜੇ ਹੁਣ ਜਥੇਦਾਰ ਥਾਪੇ ਗਏ ਸੀਗੇ, ਹੁਣ ਦੇ ਸੀਗੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਸੀਗੇ, ਇਹਨਾਂ ਦੇ ਫੈਸਲਿਆਂ ਦਾ ਕੀ ਬਣੂਗਾ? ਕੀ ਇਹ ਮਾਨਤਾ ਨਹੀਂ ਰੱਖਣਗੇ? ਇਹਨਾਂ ਦੀ ਮਾਨਤਾ ਰੱਦ ਹੋ ਜਾਏਗੀ? ਫਿਰ ਤਾਂ ਇੱਕ ਪਰੰਪਰਾ ਨਵੀਂ ਤੁਰ ਜਾਏਗੀ ਕਿ ਜਿਹੜਾ ਨਵਾਂ ਜਥੇਦਾਰ ਆ ਗਿਆ ਉਹ ਪਿਛਲੇ ਦੇ ਫੈਸਲੇ ਰੱਦ ਕਰ ਸਕਦਾ ਤੇ ਨਵੇਂ ਆਪਣੇ ਤਰੀਕੇ ਨਾਲ ਲੈ ਸਕਦਾ। ਸੋ ਇਹ ਬੜਾ ਗੁੰਝਲਦਾਰ ਮਸਲਾ ਹੈ, ਇਹਨੂੰ ਪੰਥ ਇਕੱਠਾ ਹੋਣਾ ਚਾਹੀਦਾ ਹੈ, ਪੰਥਕ ਵਿਚਾਰਧਾਰਾ ਹੋਣੀ ਚਾਹੀਦੀ ਹੈ, ਗੁਰੂ ਮਰਿਆਦਾ ਅਨੁਸਾਰ ਗੁਰੂ ਦੇ ਜੋ ਹੁਕਮ ਨੇ ਜਾਂ ਗੁਰਬਾਣੀ ਨੂੰ ਸਨਮੁਖ ਰੱਖ ਕੇ ਜਿਹੜੇ ਫੈਸਲੇ ਨੇ ਉਹ ਲੈ ਲੈਣੇ ਚਾਹੀਦੇ ਨੇ, ਤਾਂ ਹੀ ਕੁਝ ਬਣ ਸਕਦਾ। ਅਦਰਵਾਈਜ਼ ਤਾਂ ਜਿਹੜੀ ਸੰਸਥਾ ਜਾਂ ਜਿਹੜਾ ਪਰਿਵਾਰ, ਚਾਹੇ ਉਹ RSS, ਚਾਹੇ ਬਾਦਲ, ਚਾਹੇ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ, ਉਹ ਜੋ ਵੀ ਸੰਸਥਾ ਜਾਂ ਪਰਿਵਾਰ ਹੈ, ਉਹ ਜਦੋਂ ਥਾਪੇਗੀ ਤਾਂ ਆਪਣੇ ਅਕੋਰਡਿੰਗ ਫੈਸਲੇ ਲਏਗੀ ਤੇ ਉਹ ਆਪਾਂ ਉਹਨਾਂ ਨੂੰ ਟਾਲ ਨਹੀਂ ਸਕਦੇ। ਤੇ ਉਹ ਇਸ ਕਰਕੇ ਸਾਡੇ ਸਿਰ ਤੇ ਥੋਪੇ ਵੀ ਜਾਣਗੇ, ਸਾਨੂੰ ਮੰਨਣੇ ਵੀ ਪੈਣਗੇ, ਸਾਨੂੰ ਆਪਣੀ ਮਰਿਆਦਾ ਦਾ ਖਿਆਲ ਆਏਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਜਾਂ ਇਹ ਫੈਸਲਾ ਲਿਆ ਗਿਆ ਇੱਥੋਂ, ਤਾਂ ਇਹ ਚੀਜ਼ ਜਿਹੜੀ ਹੈਗੀ ਹੈ, ਜੇ ਇਹ ਅਸੀਂ ਮੰਨਾਂਗੇ ਤਾਂ ਸਾਡੇ ਉੱਤੇ ਵੀ ਫਿਰ ਕਹਿ ਲਓਗੇ ਸਾਡੇ ਇੱਕ ਉੱਤੇ ਹੋਰ ਗੁਨਾਹ ਆ ਗਿਆ, ਜੇ ਨਹੀਂ ਮੰਨਾਂਗੇ ਤਾਂ ਅਸੀਂ ਆਪਣੀ ਮਰਿਆਦਾ ਜਿਹੜੀ ਹੈਗੀ ਮਰਿਆਦਾ ਉਹਦਾ ਘਾਣ ਕਰਾਂਗੇ। ਇਹ ਮਤਲਬ ਸਿੱਖ ਪੰਥ ਜਿਹੜਾ ਹੈਗਾ ਇੱਦਾਂ ਦੂਰੀ ਚੱਕੀ 'ਚ ਪਿਸ ਜਾਏਗਾ ਇਹ। ਤੇ ਜ਼ਰੂਰਤ ਤਾਂ ਇਹੀ ਹੈ ਕਿ ਆਪ ਇਕੱਠੇ ਹੋ, ਏਜੰਡਾ ਇੱਕ ਰੱਖੋ, ਝੰਡੇ ਥੱਲੇ ਆਓ, ਤਾਂ ਚੁਣੋ ਜਥੇਦਾਰ, ਕਿਸੇ ਨੂੰ ਮੌਕਾ ਹੀ ਨਾ ਦਿਓ। ਜੀ ਬਿਲਕੁਲ, ਸ਼ੁਕਰੀਆ, ਧੰਨਵਾਦ। ਸੋ ਲੋੜ ਤਾਂ ਕੁੱਲ ਮਿਲਾ ਕੇ ਇਹੀ ਸਾਰਾ ਜਿਹੜਾ ਡਿਸਕਸ਼ਨ ਦਾ ਨਤੀਜਾ ਇਹੀ ਨਿਕਲਦਾ ਹੈ ਕਿ ਇੱਕ ਝੰਡੇ ਥੱਲੇ ਆਉਣ ਦੀ ਜ਼ਰੂਰਤ ਹੈ। ਉਹ ਸਿੱਖ ਕੌਮ ਆਉਂਦੀ ਹੈ ਕਿ ਨਹੀਂ ਆਉਂਦੀ, ਵੱਖ-ਵੱਖ ਜਥੇਬੰਦੀਆਂ ਬਣੀਆਂ ਹੋਈਆਂ, ਸਭ ਦੇ ਆਪੋ ਆਪਣੇ ਰਾਹ ਨੇ, ਆਪੋ ਆਪਣੇ ਸੁਝਾਅ ਨੇ। ਅਗਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਿਆ ਜਾਂਦਾ ਹੈ ਜਾਂ ਨਹੀਂ ਬਦਲਿਆ ਜਾਂਦਾ, ਨਵਾਂ ਜਥੇਦਾਰ ਕੌਣ ਹੋਵੇਗਾ, ਇਸ ਬਾਰੇ ਤੁਹਾਡੀ ਕੀ ਰਾਏ ਹੈ? ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।